ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੇਤਨ ਭਾਰਤ ਲਾਨੀ। देखो ਤੁਹਾਡੇ ਈਟੀਆਈ ਦੇ ਪੇਪਰ ਦੇ ਵਿੱਚ ਬਸ 4 ਦਿਨ ਰਹਿ ਗਏ हैं। 21 ਮਈ ਨੂੰ ਤੁਹਾਡਾ ਪੇਪਰ ਹੈ, ਸੰਡੇ ਨੂੰ ਬਸ ਆ ਹੀ ਗਿਆ ਪੇਪਰ, 4 days to go। ਤੇ ਕੱਲ ਵੀ ਮੈਂ ਆਪਣੀ ਵੀਡੀਓ ਦੇ ਰਾਹੀਂ ਦੱਸਿਆ ਸੀ ਕਿ ਜਿਹੜੇ ਸਟੂਡੈਂਟਸ ਹੈਗੇ ਜਿਹੜੇ ਪਟਵਾਰੀ ਦਾ ਪੇਪਰ ਦੇ ਚੁੱਕੇ ਹਨ ਤੇ ਜਿਨ੍ਹਾਂ ਨੇ ਈਟੀਆਈ ਦਾ ਪੇਪਰ ਭਰਿਆ ਹੋਇਆ ਹੈ, प्लीज़ ਹੁਣ ਈਟੀਆਈ ਤੇ ਵੱਲ ਫੋਕਸ ਕਰੋ, ਈਟੀਆਈ ਤੇ ਫੋਕਸ ਕਰੋ ਬਿਕੋਜ਼ ਪਟਵਾਰੀ ਦਾ ਜੋ ਕੁਝ ਹੋ ਸਕਦਾ ਸੀ ਹੋ ਚੁੱਕਿਆ ਹੈ। ठीक है नाउ ईटीआई ਦੇ ਲਈ ਬਹੁਤ ਸਾਰੇ ਸਟੂਡੈਂਟਸ ਨੇ ਫਿਰ ਸਵਾਲ ਪੁੱਛਿਆ ਕਿ ਸਰ ਠੀਕ ਹੈ ਤੁਸੀਂ ਕਹਿ ਤਾਂ ਰਹੇ ਹੋ ਕਿ ਈਟੀਆਈ ਵੱਲ ਫੋਕਸ ਕਰੋ, ਹੁਣ ਇਹ ਲਾਸਟ 4 ਡੇਜ਼ ਦੇ ਵਿੱਚ ਅਸੀਂ ਕੀ ਕਰੀਏ? ਠੀਕ ਹੈ, ਵਾਟ ਡੂ ਯੂ ਸੁਜੈਸਟ ਕਿ 4 ਡੇਜ਼ ਦੇ ਵਿੱਚ ਅਸੀਂ ਕੀ ਕੁਝ ਕਰ ਸਕਦੇ ਹਾਂ ਜਿਹਦੇ ਰਾਹੀਂ ਸਾਡੇ ਚਾਂਸਸ ਜਿਹੜੇ ਹੈਗੇ ਆ ਪੇਪਰ ਦੇ ਵਿੱਚ ਉਹ ਇੰਪਰੂਵ ਹੋ ਜਾਣ, 30-40% ਇੰਪਰੂਵ ਹੋ ਜਾਣ। ठीक है, तो ਤੁਹਾਡੇ ਲਈ मैं ये 5 स्टेप्स लेके आया है। जस्ट इन 5 स्टेप्स ਵੱਲ ਧਿਆਨ ਦੇਣਾ, ਧਿਆਨ ਨਾਲ ਸੁਣਨਾ ਵੀਡੀਓ ਪੂਰੀ ਤੇ ਇਹ 5 स्टेप्स ਤੁਸੀਂ ਜੇ ਇਨਸ਼ੋਰ ਕਰਦੇ ਹੋ ਤਾਂ ਤੁਹਾਡੇ ਚਾਂਸਸ 40 to 50% ਇੰਕਰੀਜ਼ ਹੋ ਜਾਂਦੇ ਆ। ਇਹ 5 ਸਟੈਪਸ ਹੈਗੇ ਆ ਤੇ 5 ਸਟੈਪਸ ਮੈਂ ਪ੍ਰੋਪਰ ਐਨਾਲਿਸਿਸ ਕਰਕੇ ਬਣਾਏ ਆ। ਜਿੰਨੇ ਵੀ ਪ੍ਰੀਵੀਅਸ ਪੇਪਰਸ ਹਨ, ਜਿੰਨੇ ਵੀ ਹੋਰ ਐਗਜ਼ਾਮੀਨੇਸ਼ਨਸ ਹੈ ਪੰਜਾਬ ਗਵਰਨਮੈਂਟ ਜੌਬਸ ਦੇ, ਸਾਰਿਆਂ ਦੇ ਪੇਪਰ ਨੂੰ ਐਨਾਲਾਈਜ਼ ਕਰਕੇ ਮੈਂ ਇਹ 5 ਸਟੈਪਸ ਬਣਾਏ ਆ ਤੇ ਈਟੀਆਈ ਦਾ ਪੇਪਰ ਦਾ ਵੀ ਐਨਾਲਿਸਿਸ ਮੈਂ ਕਰ ਹੀ ਚੁੱਕਿਆ है ना। तो इसे करके प्लीज मेक श्योर दैट यू फॉलो दीज 5 स्टेप्स। ये बहुत इंपॉर्टेंट है, एक स्टेप नू तुसी फॉलो करना है, रिलीजियसली फॉलो करना है। ठीक है ना, 5 स्टेप्स केड़े ने स्टार्ट करन तो पहला मैं दस दिना तुहानू कि देखो जेड़ा ईटीआई दा सिलेबस है ते जेड़ा पटवारी दा सिलेबस है लगभग सिमिलर ही है। ठीक है, लगभग की बिल्कुल ही सिमिलर है ऑलमोस्ट, है ना। पर पटवारी दे पेपर दा जेड़ा लेवल सीगा वो ईटीआई दे पेपर दा लेवल नहीं होना। सिलेबस सेम है पर तुसी ये नहीं सोचना कि यार पटवारी दा पेपर दा लेवल ईजी सीगा इस करके ईटीआई दा पेपर भी ईजी आऊगा। सिलेबस सेम है पर चांसेस हैगे हैं कि पेपर अपना डिफिकल्ट है, हो सकता है। ठीक है, तो वही सिलेबस होगा बट पेपर दे चांसेस, पेपर दा लेवल थोड़ा उच्चा हो सकता है। इसे करके लाइटली नहीं लेना, पटवारी दा पेपर देके तुसी लाइटली ना लो ईटीआई नू। कंपटीशन ठीक ठाक है ते क्वेश्चंस दा लेवल भी वध सकदा है। ठीक है ना, हुण ये जेडे मैं 5 स्टेप्स बनाए हैं ना, ये मैं 5 स्टेप्स बनाए हैं तुहाडे सिलेबस दे हिसाब नाल। ਤੁਹਾਡਾ ਜਿਹੜਾ ਸਿਲੇਬਸ ਹੈ ਉਸ ਨੂੰ ਅਸੀਂ 5 ਪਾਰਟਸ ਦੇ ਵਿੱਚ ਵੰਡ ਸਕਦੇ ਹਾਂ, ਹੈ ਨਾ। ਇੱਕ ਤਾਂ ਹੋ ਗਿਆ ਜੀਕੇ ਐਂਡ ਕਰੰਟ ਅਫੇਅਰਸ, ਦੂਜਾ ਹੋ ਗਿਆ ਆਪਣਾ ਮੈਂਟਲ ਐਬਿਲਿਟੀ, ਕੁਆਂਟ ਤੇ ਰੀਜ਼ਨਿੰਗ ਵਾਲਾ ਪੋਰਸ਼ਨ, ਦੈਨ ਤੀਜਾ ਪੋਰਸ਼ਨ ਹੋ ਗਿਆ ਤੁਹਾਡਾ ਲੈਂਗੁਏजेस ਦਾ, ਇੰਗਲਿਸ਼ ਤੇ ਪੰਜਾਬੀ, 4th ਪੋਰਸ਼ਨ ਹੋ ਗਿਆ ਤੁਹਾਡਾ ਕੰਪਿਊਟਰ ਆਈਟੀ ਦਾ ਤੇ 5th ਪੋਰਸ਼ਨ ਹੈਗਾ ਤੁਹਾਡਾ ਪੰਜਾਬ ਜੀਕੇ ਦਾ। ਹੁਣ ਇਹ 5 ਜਿਹੜੇ ਸਬਜੈਕਟਸ ਹੈਗੇ ਆ ਇਹਨਾਂ ਦੇ ਵਿੱਚ ਤੁਸੀਂ ਕੀ ਕੁਝ ਕਰ ਸਕਦੇ ਹੋ ਇਨ ਲਾਸਟ 4 ਡੇਜ਼ ਦੇ ਵਿੱਚ, ਇਹ ਤੁਸੀਂ ਧਿਆਨ ਨਾਲ ਸੁਣਨਾ। ठीक है, तो स्टेप 1 मेरा हैगा है रिलेटेड टू जीके एंड करंट अफेयर्स। ठीक है, ध्यान नाल सुनो तुसी की करना है। देखो जिन्ने भी पेपर मैं एनालाइज कर चुके हैं ना हजे तक, जिन्ने भी पंजाब गवर्नमेंट जॉब्स दे पेपर हैं, भावें वो सीनियर असिस्टेंट दा होवे, एसआई कांस्टेबल दा होवे, पुराना ईटीआई ਦਾ ਪੇਪਰ ਹੋਵੇ, ਪੁਰਾਣੇ ਪਟਵਾਰੀ ਦੇ ਪੇਪਰ ਹੋਣ, ਹਨਾ, ਨਾਇਬ ਤਹਿਸੀਲਦਾਰ ਦੇ ਪੇਪਰ ਹੋਣ, ਸਾਰਿਆਂ ਦੇ ਵਿੱਚ ਨਾ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਜਿਹੜਾ ਹਿਸਟਰੀ ਦਾ ਪੋਰਸ਼ਨ ਹੈ ਨਾ ਉਹ ਠੀਕ ਠਾਕ ਹੁੰਦਾ ਹੈ। ਇਸੇ ਕਰਕੇ ਇਨ ਲਾਸਟ 4 ਡੇਜ਼ ਦੇ ਵਿੱਚ ਮੈਂ ਤੁਹਾਨੂੰ ਐਡਵਾਈਸ ਕਰਾਂਗਾ ਕਿ ਅਮੰਗ ਫਰੋਮ ਜੀਕੇ ਹਿਸਟਰੀ ਵਾਲਾ ਪੋਰਸ਼ਨ ਦੁਆਰਾ ਵਧੀਆ ਤਰੀਕੇ ਨਾਲ ਰਿਵਾਈਜ਼ ਕਰਿਓ ਤੇ ਪੂਰਾ ਰਿਵਾਈਜ਼ ਕਰਨ ਦੀ ਲੋੜ ਨਹੀਂ ਹੈ, ਤੁਸੀਂ ਐਮਸੀਕਿਊ ਪ੍ਰੈਕਟਿਸ ਕਰ ਲਿਓ ਹਿਸਟਰੀ ਦੇ, ਬਟ ਹਿਸਟਰੀ ਤੇ ਵਿਸ਼ੇਸ਼ ਧਿਆਨ ਰੱਖਣਾ ਹੈ। ਤੇ ਦੂਜੀ ਗੱਲ ਸਾਇੰਸ ਤੇ ਵਿਸ਼ੇਸ਼ ਧਿਆਨ ਰੱਖਣਾ ਤੁਸੀਂ। ਵੈਸੇ ਤਾਂ ਤੁਹਾਡਾ ਜੀਕੇ ਦਾ ਜਿਹੜਾ ਪੋਰਸ਼ਨ ਹੈ ਉਸ ਦੇ ਵਿੱਚ ਬਹੁਤ ਸਾਰੇ ਸਬਜੈਕਟਸ ਹੈਗੇ ਆ, ਠੀਕ ਹੈ, ਬਟ ਹਿਸਟਰੀ ਐਂਡ ਸਾਇੰਸ ਆਰ ਵੈਰੀ ਇੰਪੋਰਟੈਂਟ। ਵੈਸੇ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਦ ਵੀ ਕੋਈ ਪੇਪਰ ਡਿਫਿਕਲਟ ਆਂਦਾ ਨਾ ਤਾਂ ਉਸ ਦਾ ਰੀਜ਼ਨ ਪਤਾ ਕੀ ਦੱਸਦੇ ਆ ਸਟੂਡੈਂਟਸ ਬਾਹਰ ਆ ਕੇ ਪੇਪਰ ਤੋਂ, ਕਿ ਯਾਰ ਸਾਇੰਸ ਦੇ ਠੀਕ ਠਾਕ ਕੁਐਸਚਨ ਪੁੱਛੇ ਹੋਏ ਸੀ ਤਾਂ ਹੀ ਡਿਫਿਕਲਟ ਹੋ ਗਿਆ ਪੇਪਰ। ਹਿਸਟਰੀ ਤਾਂ ਮੈਨੂੰ ਆਉਂਦੀ ਸੀ, ਪੋਲਿਟੀ ਮੈਨੂੰ ਆਉਂਦੀ ਸੀ, ਬਟ ਸਾਇੰਸ ਕਰਕੇ ਨਾ ਮੇਰਾ ਪੇਪਰ ਖਰਾਬ ਹੋ ਗਿਆ, ਸਾਇੰਸ ਕਰਕੇ ਪੇਪਰ ਡਿਫਿਕਲਟ ਹੋ ਗਿਆ। ਤਾਂ ਪੇਪਰ ਨੂੰ ਡਿਫਿਕਲਟ ਕਰਨ ਲਈ ਸਾਇੰਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸੇ ਕਰਕੇ ਇਸ ਪੇਪਰ ਦੇ ਵਿੱਚ ਵੀ ਮੈਨੂੰ ਲੱਗ ਰਿਹਾ ਕਿ ਹਿਸਟਰੀ ਦੇ ਨਾਲ ਸਾਇੰਸ ਦੇ ਵੀ ਠੀਕ ਠਾਕ ਸਵਾਲ ਹੋਣੇ ਆ। ਤਾਂ ਤੁਸੀਂ ਆਪਣਾ ਹਿਸਟਰੀ ਪੋਰਸ਼ਨ ਵਧੀਆ ਤਰੀਕੇ ਨਾਲ ਕਰ ਜਾਓ, ਖਾਸ ਧਿਆਨ ਰੱਖਿਓ, ਸਾਇੰਸ ਵਾਲਾ ਪੋਰਸ਼ਨ ਖਾਸ ਧਿਆਨ ਰੱਖੋ। ਠੀਕ ਹੈ, ਇਹੀ 2 ਪੋਰਸ਼ਨਸ ਤੇ ਤੁਸੀਂ ਆਪਣਾ ਧਿਆਨ ਜ਼ਿਆਦਾ ਰੱਖਣਾ ਹੈ। ਬਾਕੀ ਪੋਰਸ਼ਨਸ ਇੰਪੋਰਟੈਂਟ ਹੈ ਪਰ ਮੈਂ ਅਜ਼ਿਊਮ ਕਰ ਰਿਹਾ ਕਿ ਤੁਸੀਂ ਉਹ ਸਭ ਕੁਝ ਕਰ ਚੁੱਕੇ ਹੋ, ਰਿਵਾਈਜ਼ ਕਰ ਚੁੱਕੇ ਹੋ, ਸਾਰਾ ਕੁਝ ਹੋ ਚੁੱਕਾ ਹੈ ਤੁਹਾਡਾ ਸਿਲੇਬਸ, ਕਿਉਂਕਿ ਮੈਂ 4 ਦਿਨ ਰਹਿ ਗਏ हैं। ਬਸ ਇਹ 4 ਦਿਨਾਂ ਦੇ ਵਿੱਚ ਹਿਸਟਰੀ ਤੇ ਸਾਇੰਸ ਤੇ ਜ਼ਿਆਦਾ ਫੋਕਸ ਰੱਖਿਓ। ਹਾਂ, ਜਿਹੜੇ ਕਰੰਟ ਅਫੇਅਰਸ ਹੈਗੇ ਫॉर एग्जांपल ਸਪੋਰਟਸ, ਅਵਾਰਡਸ ਵਗੈਰਾ, ਉਹ ਇੱਕ ਵਾਰੀ ਦੁਬਾਰਾ ਰਿਵਾਈਜ਼ ਕਰ ਲੈਣਾ। ठीक है, हाँ, एक होर गल
ਦੇਖੋ ਜਿਹੜਾ ETI ਦਾ ਪੇਪਰ ਹੁੰਦਾ ਨਾ ਉਸ ਦੇ ਵਿੱਚ ਇਕਨੋਮੀ ਦੇ ਵੀ ਸਵਾਲ ਜ਼ਿਆਦਾ ਪੁੱਛਦੇ ਹਾਂ, ਪਟਵਾਰੀ ਦੇ ਵਿੱਚ ਜ਼ਿਆਦਾ ਨਹੀਂ ਪੁੱਛੇ ਸੀ ਉਹਨਾਂ ਨੇ, ਪਰ ETI ਦੇ ਪੇਪਰ ਦੇ ਵਿੱਚ ਕਿਉਂਕਿ ਇਹ ਟੈਕਸੇਸ਼ਨ ਐਕਸਾਈਜ਼ ਦਾ ਪੇਪਰ ਹੈ ਨਾ, ਇਸ ਦੇ ਵਿੱਚ ਇਕਨੋਮੀ ਦੇ ਸਵਾਲ ਪੁੱਛ ਸਕਦੇ ਆ ਨਾ। ਇਕਨੋਮੀ ਪੂਰੀ ਪੜਨ ਨੂੰ ਨਹੀਂ ਕਹਿ ਰਿਹਾ ਮੈਂ, ਤੁਸੀਂ ਬਸ ਇੱਕ ਚੀਜ਼ ਕਰਨਾ, ਜਾਣ ਤੋਂ ਪਹਿਲਾਂ ਬਜਟ ਇੱਕ ਵਾਰੀ ਰਿਵਾਈਜ਼ ਕਰ ਜਾਣਾ, ਜਿਹੜੀ ਆਪਾਂ ਵੀਡੀਓਜ਼ ਬਣਾਈ ਹੋਈ ਹੈ ਨਾ ਉਹ ਜਾਂ PDF ਫਾਈਲਸ ਹੈਗੀਆਂ ਉਹ ਇੱਕ ਵਾਰੀ ਰਿਵਾਈਜ਼ ਕਰ ਜੋ। ਤੇ ਬਜਟ ਵੀ ਆਪਾਂ ਦੋਨੋਂ ਕਰਨੇ ਆ, ਯੂਨੀਅਨ ਦਾ ਵੀ ਤੇ ਆਪਣਾ ਪੰਜਾਬ ਦਾ ਵੀ, ਇਹ ਦੋ ਬਜਟ ਜ਼ਰੂਰ ਕਰਕੇ ਜਾਇਓ, ਠੀਕ ਹੈ। ਤੇ ਇੱਕ ਹੋਰ ਚੀਜ਼, ਇਕਨੋਮੀ ਦੇ ਵਿੱਚ ਤੁਸੀਂ GST ਵੀ ਇੱਕ ਵਾਰੀ ਦੁਬਾਰਾ ਕਰ ਜਿਓ ਸਾਰਾ। GST ਦਾ ਕੀ ਕਰਨਾ ਹੈ, ਪਿਛਲੇ ਕਰੰਟ ਅਫੇਅਰਸ ਕਰਨੇ ਆ, ਪਿਛਲੇ 6 ਮਹੀਨਿਆਂ ਦੇ ਵਿੱਚ GST ਸੰਬੰਧਿਤ ਜਿਹੜੇ ਵੀ ਕਰੰਟ ਅਫੇਅਰਸ ਆਏ ਆ ਤੇ GST ਦੀ ਬੇਸਿਕ ਨੌਲੇਜ ਕਿ ਵੈਲਿਊ ਐਡਿਡ ਟੈਕਸ ਹੁੰਦਾ, ਡੈਸਟੀਨੇਸ਼ਨ ਬੇਸਡ ਟੈਕਸ ਹੁੰਦਾ, ਕਿਹੜੀ ਅਮੈਂਡਮੈਂਟ ਰਾਹੀਂ ਆਇਆ ਸੀ, ਇਹ ਜਿਹੜੇ ਬੇਸਿਕਸ ਹੈਗੇ ਆ ਉਹ ਜ਼ਰੂਰ ਕਰ ਜਾਣਾ। ਬਸ ਤੁਹਾਡਾ ਜਿਹੜਾ GK ਦਾ ਪੋਰਸ਼ਨ ਹੈ ਉਹ ਫਿਨਿਸ਼ ਹੁੰਦਾ ਹੈ। ਤਾਂ ਪਹਿਲਾ ਸਟੈਪ 1 ਤੁਹਾਡਾ ਕੀ ਹੈ ਕਿ ਤੁਸੀਂ GK ਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਛੱਡ ਦਿਓ, ਭਾਵੇਂ ਹਿਸਟਰੀ, ਸਾਇੰਸ ਤੇ ਬਜਟ ਐਂਡ GST ਕਰ ਜਾਣਾ, ਤੁਸੀਂ ਇਹ ਜ਼ਰੂਰ ਕਰਕੇ ਜਾਇਓ। ਮੈਂ ਉਮੀਦ ਕਰ ਰਿਹਾ ਕਿ ਜ਼ਿਆਦਾ ਕੁਐਸਚਨਸ ਪੁੱਛਣਗੇ ਇਹ ਟੌਪਿਕਸ ਦੇ ਵਿੱਚ, ਇਹਨਾਂ ਟੌਪਿਕਸ ਦੇ ਵਿੱਚੋਂ, ਠੀਕ ਹੈ। ਤਾਂ ਇਸੇ ਕਰਕੇ ਇਹਨਾਂ ਟੌਪਿਕਸ ਦੇ ਉੱਤੇ ਖਾਸ ਧਿਆਨ ਦਿਓ। ਬਾਕੀ ਮੈਂ ਉਮੀਦ ਕਰ ਰਿਹਾ ਪੂਰੀ GK ਦਾ ਸਿਲੇਬਸ ਤੁਸੀਂ ਕਰ ਚੁੱਕੇ ਹੋ ਇੱਕ ਵਾਰੀ। ਤੇ ਧਿਆਨ ਦਾ ਮਤਲਬ ਮੇਰਾ ਕੀ ਹੈ ਕਿ ਇਹਨਾਂ ਦੇ MCQ ਪ੍ਰੈਕਟਿਸ ਕਰ ਲਿਓ ਜਾਂ ਆਪਣੀ ਨਿਗਾਹ ਚੋਂ ਕੱਢ ਲਿਓ, ਠੀਕ ਹੈ। MCQs ਰਾਹੀਂ ਕਰਨਾ। ਚਲੋ ਫਿਰ ਆਪਾਂ ਹੁਣ ਮੂਵ ਕਰਦੇ ਹਾਂ ਸਟੈਪ 2। ਦੂਜਾ ਪੋਰਸ਼ਨ ਜਿਹੜਾ ਹੈਗਾ ਤੁਹਾਡਾ ਸਿਲੇਬਸ ਦਾ, ਉਹ ਇਨਵੋਲਵ ਕਰਦਾ ਹੈ ਕੁਆਂਟ ਤੇ ਰੀਜ਼ਨਿੰਗ ਦਾ, ਹੈ ਨਾ। ਨਾ ਇਹਦੇ ਲਈ ਤੁਸੀਂ ਕੀ ਕਰਨਾ ਹੈ, ਤੁਹਾਡੇ ਕੋਲ 4 ਦਿਨ ਹੀ ਰਹਿ ਗਏ, ਧਿਆਨ ਨਾਲ ਸੁਣੋ। ਦੇਖੋ ਕੁਆਂਟ ਦੇ ਰੀਜ਼ਨਿੰਗ ਦੇ ਵਿੱਚ ਨਾ ਜਨਰਲੀ ਸਾਰੀ ਦੁਨੀਆ ਕਹਿੰਦੀ ਹੈ ਕਿ ਤੁਹਾਨੂੰ ਪ੍ਰੈਕਟਿਸ ਕਰਨੀ ਚਾਹੀਦੀ ਹੈ, ਪਰ ਮੈਂ ਤੁਹਾਨੂੰ ਨਾ ਇੱਕ ਹੋਰ ਗੱਲ ਕਹਿਣ ਜਾ ਰਿਹਾ, ਪ੍ਰੈਕਟਿਸ ਦੇ ਇਲਾਵਾ ਇਹ 4 ਦਿਨਾਂ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ। ਜੇ ਤੁਸੀਂ ਹਜੇ ਤੱਕ ਜੇ ਤੁਸੀਂ ਕਰ ਚੁੱਕੇ ਹੋ ਇਹ ਚੀਜ਼, ਵੈਲ ਐਂਡ ਗੁੱਡ, ਪਰ ਮੈਕਸਿਮਮ ਮੈਨੂੰ ਲੱਗਦਾ ਤੁਸੀਂ ਮਤਲਬ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਰਿਆ ਹੋਇਆ ਇਹ ਜਿਹੜਾ ਸਟੈਪ ਮੈਂ ਦੱਸਣ ਜਾ ਰਿਹਾ, ਠੀਕ ਹੈ। ਦੇਖੋ ਮੈਂ ਜਿੰਨੇ ਵੀ ਪੇਪਰ ਐਨਾਲਾਈਜ਼ ਕੀਤੇ ਹਨ ਨਾ ਪਿਛਲੇ 5 ਸਾਲਾਂ ਦੇ, ਮੈਂ ਇੱਕ ਪੈਟਰਨ ਨੋਟਿਸ ਕੀਤਾ ਹੈ ਕਿ ਨਾ ਕੁਐਸਚਨਸ ਜਿਹੜੇ ਕੁਆਂਟ ਤੇ ਰੀਜ਼ਨਿੰਗ ਦੇ ਹੁੰਦੇ ਆ ਉਹਨਾਂ ਦੇ ਰਿਪੀਟ ਹੋਣ ਦੀ ਟੈਂਡੈਂਸੀ ਬਹੁਤ ਜ਼ਿਆਦਾ ਹੁੰਦੀ ਹੈ। ਹਾਂ, ਹੂਬਹੂ ਵਰਡ ਟੂ ਵਰਡ ਰਿਪੀਟ ਨਹੀਂ ਹੁੰਦੇ, ਪਰ ਸਿਮਿਲਰ ਜੇ ਕੁਐਸਚਨਸ ਹੁੰਦੇ ਆ, ਨੰਬਰ ਚੇਂਜ ਕਰ ਦਿੰਦੇ ਆ, ਨਾਮ ਚੇਂਜ ਕਰ ਦਿੰਦੇ ਆ, ਹਨਾ, ਪਰ ਕੁਐਸਚਨਸ ਰਿਪੀਟ ਬਹੁਤ ਹੁੰਦੇ ਆ। ਇਸੇ ਕਰਕੇ ਮੇਰੀ ਐਡਵਾਈਸ ਹੁਣ ਕੀ ਹੈ, ਧਿਆਨ ਨਾਲ ਸੁਣਿਓ। ਦੇਖੋ ਪਿਛਲੇ 2 ਸਾਲਾਂ ਦੇ ਵਿੱਚ, ਪਿਛਲੇ 2-3 ਸਾਲਾਂ ਦੇ ਵਿੱਚ ਜਿੰਨੇ ਵੀ ਪੰਜਾਬ ਗਵਰਨਮੈਂਟ ਜੌਬਸ ਦੇ ਐਗਜ਼ਾਮਸ ਹੋ ਚੁੱਕੇ ਹਨ, ਭਾਵੇਂ ਉਹ ਸੀਨੀਅਰ ਅਸਿਸਟੈਂਟ ਹੋਵੇ, ਨਾਇਬ ਤਹਿਸੀਲਦਾਰ ਹੋਵੇ, ਪਟਵਾਰੀ ਹੋਵੇ ਪਿਛਲੇ ਵਾਲਾ, ਠੀਕ ਹੈ, ETI ਦਾ ਪਿਛਲਾ ਪੇਪਰ ਹੋਵੇ, SI ਕਾਂਸਟੇਬਲ ਦਾ ਹੋਵੇ, ਜਿੰਨੇ ਵੀ ਪੰਜਾਬ ਗਵਰਨਮੈਂਟ ਜੌਬਸ ਦੇ ਪੇਪਰ ਹੋ ਚੁੱਕੇ ਹਨ, ਤੁਸੀਂ ਸਾਰਿਆਂ ਚੋਂ ਕੁਆਂਟ ਜਾਂ ਰੀਜ਼ਨਿੰਗ ਦੇ ਕੁਐਸਚਨਸ ਕੱਢ ਲਿਓ, ਸਾਰਿਆਂ ਚੋਂ। ਪਿਛਲੇ 2-3 ਸਾਲਾਂ ਦੀ ਗੱਲ ਮੈਂ ਕਰ ਰਿਹਾ, 5 ਸਾਲਾਂ ਦੀ ਨਹੀਂ। ਪਿਛਲੇ 2-3 ਸਾਲਾਂ ਦੇ ਵਿੱਚ ਜਿੰਨੇ ਪੇਪਰ ਹੋਏ ਆ ਸਾਰਿਆਂ ਦੇ ਪ੍ਰੀਵੀਅਸ ਈਅਰ ਪੇਪਰ ਇਕੱਠੇ ਕਰੋ ਤੇ ਉਹਨਾਂ ਚੋਂ ਕੁਆਂਟ ਤੇ ਰੀਜ਼ਨਿੰਗ ਦੇ ਕੁਐਸਚਨਸ ਕੱਢ ਲਿਓ। ਲਗਭਗ ਤੁਹਾਡੇ ਕੋਲ 500 ਕੁਐਸਚਨਸ ਇਕੱਠੇ ਹੋ ਜਾਣਗੇ, ਹਨਾ। ਹੁਣ ਨੈਕਸਟ 4 ਦਿਨਾਂ ਦੇ ਵਿੱਚ ਤੁਸੀਂ ਇਹ 500 ਕੁਐਸਚਨਸ ਪ੍ਰੈਕਟਿਸ ਕਰਨੇ ਆ ਬਸ। ਬਾਕੀ ਸਭ ਕੁਝ ਛੱਡ ਦਿਓ, ਸਾਰਾ ਕੁਝ ਛੱਡ ਦਿਓ, ਕੁਆਂਟ ਰੀਜ਼ਨਿੰਗ ਦੇ ਬਾਕੀ ਕੁਐਸਚਨਸ ਛੱਡ ਦਿਓ, ਸਿਰਫ ਇਹੀ 500 ਕੁਐਸਚਨਸ ਤੁਸੀਂ ਪ੍ਰੈਕਟਿਸ ਕਰਨੇ ਆ ਹੁਣੇ 4 ਡੇਜ਼ ਦੇ ਵਿੱਚ। ਕਰਨਾ ਕਿਵੇਂ ਹੈ, ਦੇਖੋ ਮੈਂ ਤੁਹਾਨੂੰ ਐਡਵਾਈਸ ਕਰਾਂਗਾ, ਤੁਹਾਡਾ ਰੂਟੀਨ ਹੀ ਬਣਾ ਦੇਣਾ ਮੈਂ। ਸਵੇਰੇ ਜਦ ਤੁਸੀਂ ਉੱਠਦੇ ਹੋ ਨਾ ਤਾਂ ਐਵਰੀ ਡੇ ਫॉर द ਨੈਕਸਟ 4 ਡੇਜ਼ 2 to 3 ਆਵਰਸ ਤੁਸੀਂ ਕੁਆਂਟ ਐਂਡ ਰੀਜ਼ਨਿੰਗ ਨੂੰ ਦੇਣੇ ਆ ਫॉर द ਨੈਕਸਟ 4 ਡੇਜ਼। ਮੈਂ ਉਮੀਦ ਕਰ ਰਿਹਾ ਕਿ ਤੁਸੀਂ ਜੌਬ ਤੋਂ ਛੁੱਟੀ ਲੈ ਚੁੱਕੇ ਹੋ, ਠੀਕ ਹੈ, ਤਾਂ ਤੁਹਾਡੇ ਕੋਲ ਪੂਰਾ ਟਾਈਮ ਹੈ, ਪੂਰਾ ਦਿਨ ਹੈ। ਤਾਂ ਐਵਰੀ ਡੇ ਇਨ ਦ ਮਾਰਨਿੰਗ 2 to 3 ਆਵਰਸ ਤੁਸੀਂ ਦੇਣੇ ਹੈ ਕੁਆਂਟ ਐਂਡ ਰੀਜ਼ਨਿੰਗ ਨੂੰ, ਤੇ ਉਹਨਾਂ 2 to 3 ਆਵਰਸ ਦੇ ਵਿੱਚ ਤੁਸੀਂ ਇਹ 500 ਕੁਐਸਚਨਸ ਹੀ ਪ੍ਰੈਕਟਿਸ ਕਰਨੇ ਆ। ਮੇਰੀ ਗੱਲ ਧਿਆਨ ਰੱਖਣਾ, ਇਹ 500 ਕੁਐਸਚਨਸ ਹੀ ਤੁਸੀਂ ਪ੍ਰੈਕਟਿਸ ਕਰਨੇ ਆ 2 to 3 ਆਵਰਸ। ਦੇਖੋ 4 ਡੇਜ਼ ਦੇ ਵਿੱਚ ਜੇ ਤੁਸੀਂ ਐਵਰੀ ਡੇ 2 to 3 ਆਵਰਸ ਸਪੈਂਡ ਕਰ ਰਹੇ ਹੋ ਨਾ ਤਾਂ ਲਗਭਗ ਤੁਹਾਡੇ ਕੋਲ 8 ਤੋਂ 12 ਘੰਟੇ ਹੈਗੇ ਆ। 8 ਤੋਂ 12 ਘੰਟਿਆਂ ਦੇ ਵਿੱਚ ਤੁਸੀਂ 500 ਕੁਐਸਚਨਸ ਨਿਬੇੜ ਸਕਦੇ ਹੋ। ਤੇ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਕੁਐਸਚਨਸ ਦੀ ਰਿਪੀਟ ਹੋਣ ਦੀ ਟੈਂਡੈਂਸੀ ਹੈ। ਪ੍ਰੀਵੀਅਸ ਈਅਰ ਤੁਸੀਂ ਕਰ ਜੋ, ਕੁਐਸਚਨਸ ਹੂਬਹੂ ਵੀ ਰਿਪੀਟ ਹੋ ਸਕਦਾ ਹੈ, ਨਹੀਂ ਤਾਂ ਸਿਮਿਲਰ ਕੁਐਸਚਨ ਆ ਸਕਦਾ ਹੈ,
ठीक है। ਤੇ ਕੁਆਂਟ ਐਂਡ ਰੀਜ਼ਨਿੰਗ ਲਈ ਤਾਂ ਤੁਸੀਂ ਬਸ ਇਹੀ ਸਟੈਪ ਕਰੋ, ਬਾਕੀ ਕੁਝ ਪੜਨ ਦੀ ਲੋੜ ਨਹੀਂ ਹੈ, ਸਾਰਾ ਕੁਝ ਹੋ ਚੁੱਕਿਆ ਹੈ, ਜਿੰਨਾ ਤੁਸੀਂ ਕੁਝ ਕਰ ਸਕਦੇ ਸੀ ਡਨ ਹੈ। ਬਸ ਇਹ ਪ੍ਰੀਵੀਅਸ ਈਅਰ ਜੇ ਤੁਸੀਂ ਹਜੇ ਤੱਕ ਨਹੀਂ ਕੀਤੇ ਹੈ, ਜੇ ਕਰ ਚੁੱਕੇ ਹੋ ਫਿਰ ਤਾਂ ਛੱਡ ਦਿਓ, ਜੇ ਨਹੀਂ ਕੀਤੇ ਹੈ ਤਾਂ ਇੱਕ ਵਾਰੀ ਇਹ ਜਿਹੜੇ ਪ੍ਰੀਵੀਅਸ ਈਅਰ ਹੈਗੇ ਆ ਨਾਟ ETI ਦੇ ਸਾਰੇ ਪੇਪਰ ਜਿਹੜੇ ਹੈਗੇ ਆ ਸਾਰਿਆਂ ਦੇ ਚੱਕ ਲਓ। ਕਦੇ ਕਦੇ ਸੀਨੀਅਰ ਅਸਿਸਟੈਂਟ ਦਾ ਕੁਆਂਟ ਦਾ ਕੁਐਸਚਨ SI ਦੇ ਵਿੱਚ ਪੁੱਛ ਲੈਂਦੇ ਆ, SI ਦਾ ਨਾਇਬ ਤਹਿਸੀਲਦਾਰ ਦੇ ਵਿੱਚ ਪੁੱਛ ਲੈਂਦੇ ਆ, ਬਹੁਤ ਰਿਪੀਟ ਹੁੰਦੇ ਆ ਕੁਐਸਚਨ, ਤਾਂ ਇਹ ਚੀਜ਼ ਜ਼ਰੂਰ ਕਰਿਓ। ਠੀਕ ਹੈ ਜੀ, ਤਾਂ ਇਹ ਸੀਗਾ ਆਪਣਾ ਸਟੈਪ 2। ਨਾਓ ਸਟੈਪ 3 ਜਿਹੜਾ ਹੈਗਾ that is related to languages। ਨਾਓ ਦੇਖੋ ਲੈਂਗੁਏजेस ਦੇ ਵਿੱਚ ਤੁਸੀਂ ਕੀ ਕਰਨਾ ਹੈ। ਮੇਰਾ ਜਿਹੜਾ ਸਟੂਡੈਂਟਸ ਨਾਲ ਰਾਬਤਾ ਹੁੰਦਾ ਹੈ ਤੇ ਮੈਨੂੰ ਸਟੂਡੈਂਟਸ ਜਨਰਲੀ ਕਹਿੰਦੇ ਆ ਕਿ ਦੇਖੋ ਸਰ ਲੈਂਗੁਏजेस ਦੇ ਵਿੱਚ ਇੱਕ ਤਾਂ ਹੈਗੀ ਹੈ ਪੰਜਾਬੀ 'ਚ ਸਾਨੂੰ ਜ਼ਿਆਦਾ ਟੈਨਸ਼ਨ ਹੈਗੀ ਨਹੀਂ ਹੈ, ਮੇਨ ਸਾਨੂੰ ਟੈਨਸ਼ਨ ਹੁੰਦੀ ਹੈ ਇੰਗਲਿਸ਼ ਦੀ। ਦੇਖੋ ਜੇ ਤੁਹਾਡੀ ਪੰਜਾਬੀ ਭਾਸ਼ਾ ਵੀਕ ਹੈ ਤਾਂ ਤੁਸੀਂ, ਮੈਨੂੰ ਲੱਗਦਾ ਹੈ ਕਿ ਹਜੇ ਤੱਕ ਤੁਸੀਂ ਕੁਝ ਕਰ ਚੁੱਕੇ ਹੋ ਉਹਦੇ ਬਾਰੇ, ਜੇ ਨਹੀਂ ਕਰਿਆ ਕੁਝ ਤਾਂ ਛੱਡ ਦਿਓ, ਕੋਈ ਗੱਲ ਨਹੀਂ, ਹੁਣ ਤੁਸੀਂ ਕੁਝ ਖਾਸਾ ਵਾਵਾ ਇੰਪਰੂਵਮੈਂਟ ਨਹੀਂ ਲਾ ਸਕਦੇ ਜੇ ਤੁਹਾਡੀ ਪੰਜਾਬੀ ਵੀਕ ਹੈ। ਠੀਕ ਹੈ, ਤੇ ਜੇ ਨਹੀਂ ਹੈ ਵੈਰੀ ਗੁੱਡ, ਮੈਂ ਉਮੀਦ ਕਰ ਰਿਹਾ ਕਿ ਪੰਜਾਬੀ ਤਾਂ ਠੀਕ ਹੈ ਤੁਹਾਡੀ। ਹਾਂ ਇੰਗਲਿਸ਼ ਦੇ ਵਿੱਚ ਬਹੁਤ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਹੈ ਹਨਾ, ਤੇ ਇੰਗਲਿਸ਼ ਦੇ ਵਿੱਚ ਵੀ ਮੈਂ ਉਮੀਦ ਕਰ ਰਿਹਾ ਕਿ ਤੁਸੀਂ ਤਿਆਰੀ ਕਰ ਚੁੱਕੇ ਹੋ। ਆਪਣੇ ਵਿਕਾਸ ਸਰ ਦੇ ਲੈਕਚਰ ਸੀਗੇ ਬਹੁਤ ਸਾਰੇ, ਤੁਸੀਂ ਉਹ ਪ੍ਰੋਪਰਲੀ ਉਹਨਾਂ ਦੀ ਸਟ੍ਰੈਟਜੀ ਫੋਲੋ ਕੀਤੀ ਹੈ ਨਾ। ਹੁਣ ਇਹ ਅਖੀਰਲੇ 4 ਦਿਨਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ, ਦੇਖੋ ਕੁਝ ਲੋ ਹੈਂਗਿੰਗ ਫਰੂਟਸ ਹੁੰਦੇ ਆ ਜਿਹੜੇ ਤੁਸੀਂ ਕਰ ਸਕਦੇ ਹੋ 4 ਦਿਨਾਂ ਦੇ ਵਿੱਚ, ਦਿਨ ਦਾ ਘੰਟਾ ਲਾਣਾ ਤੁਸੀਂ ਈਡੀਅਮ ਜ਼ਰੂਰ ਕਰ ਜਿਓ, ਬਿਕੋਜ਼ ਪੰਜਾਬੀ ਭਾਸ਼ਾ ਦੇ ਮੁਹਾਵਰੇ ਅਖਾਣ ਇਹ ਤਾਂ ਸਾਨੂੰ ਯਾਦ ਰਹਿੰਦੇ ਆ, ਪਰ ਇੰਗਲਿਸ਼ ਦੇ ਸਾਨੂੰ ਪਤਾ ਨਹੀਂ ਹੁੰਦੇ ਈਡੀਅਮਸ ਵਗੈਰਾ ਹਨਾ। ਤਾਂ ਇੱਕ ਵਾਰੀ ਜਿਹੜੇ ਵੀ ਸੋਰਸ ਤੁਹਾਡੇ ਕੋਲ ਹੈ ਈਡੀਅਮਸ ਇੱਕ ਵਾਰੀ ਉੱਪਰੋਂ ਰਿਵਾਈਜ਼ ਕਰ ਲਿਓ, ਐਂਟੋਨਿਮਸ ਸਿਨੋਨਿਮਸ ਜ਼ਰੂਰ ਕਰ ਲੈਣਾ। ਠੀਕ ਹੈ, ਇਹ 3-4 ਚੀਜ਼ਾਂ ਹੈਗੀਆਂ ਜਿਹੜੇ ਵੋਕੈਬਲਰੀ ਦੀ ਹੋਗੀ ਹਨਾ, ਇਹ ਬਸ ਇੱਕ ਵਾਰੀ ਰਿਵਾਈਜ਼ ਕਰ ਲਿਓ, ਦਿਨ ਦਾ 1 ਘੰਟਾ ਦੇਣਾ ਤੁਸੀਂ, ਬਸ ਹੋਰ ਕੁਝ ਨਹੀਂ ਕਰ ਸਕਦੇ। ਬਾਕੀ ਹੋਰ ਕੁਝ ਕਰਨਾ ਵੀ ਮਤ, ਲੈਂਗੁਏजेस ਦੇ ਲਈ ਜਿੰਨਾ ਕਰ ਸਕਦੇ ਸੀ ਉਹ ਹੋ ਚੁੱਕਿਆ। ਠੀਕ ਹੈ, ਚਲ ਨੈਕਸਟ ਹੈਗਾ ਆਪਣਾ ਸਟੈਪ 4 which is related to ਕੰਪਿਊਟਰ ਤੇ IT। ਨਾ ਦੇਖੋ ਕੰਪਿਊਟਰ ਐਂਡ IT ਦੀ ਜ਼ਿਆਦਾ ਵੇਟੇਜ ਹੈਗੀ ਨਹੀਂ ਕੰਪਿਊਟਰ ਐਂਡ IT ਦੀ, 9 ਕੁਐਸਚਨਸ ਹੀ ਹੈਗੇ ਆ, ਫਿਰ ਵੀ ਇੱਕ ਕੁਐਸਚਨ ਸਾਡੇ ਲਈ ਮਹੱਤਵਪੂਰਨ ਹੈ ਹਨਾ, ਇੱਕ ਕੁਐਸਚਨ ਸਾਡੇ ਲਈ ਇੰਪੋਰਟੈਂਟ ਹੈ, ਤਾਂ ਅਸੀਂ ਇਸ ਪੋਰਸ਼ਨ ਦੀ ਵੀ ਤਿਆਰੀ ਜ਼ਰੂਰ ਕਰਨੀ ਹੈ। ਤਾਂ ਇਸੇ ਲਈ ਮੈਂ ਤੁਹਾਨੂੰ 2-4 ਸਟੈਪਸ ਦੱਸਣ ਜਾ ਰਿਹਾ ਕੰਪਿਊਟਰ IT ਦੇ ਲਈ। ਇਹਨਾਂ 4 ਦਿਨਾਂ ਦੇ ਵਿੱਚ ਤੁਸੀਂ ਉਹੀ ਸਟੈਪਸ ਫੋਲੋ ਕਰੋ। ਦੇਖੋ ਇੱਕ ਤਾਂ ਨਾ ਮੈਂ ਪ੍ਰੀਵੀਅਸ ਬਹੁਤ ਸਾਰੇ ਪੇਪਰ ਐਨਾਲਾਈਜ਼ ਕੀਤੇ ਹੈ, ਇੱਕ ਤਾਂ ਨਾ ਕੰਪਿਊਟਰ IT ਦੇ ਵਿੱਚ ਨਾ ਸ਼ਾਰਟਕਟਸ ਪੁੱਛਦੇ ਆ, ਕੀਬੋਰਡ ਦੇ ਸ਼ਾਰਟਕਟ ਜਿਹੜੇ ਹੁੰਦੇ ਆ ਮਾਈਕਰੋਸਾਫਟ ਪਾਵਰਪੁਆਇੰਟ, ਮਾਈਕਰੋਸਾਫਟ ਵਰਡ ਦੇ ਵਿੱਚ ਕਿ Ctrl+S ਜੇ ਤੁਸੀਂ ਦਬਦੇ ਹੋ ਤਾਂ ਫਾਈਲ ਸੇਵ ਹੋ ਜਾਂਦੀ ਹੈ, Ctrl+C ਕਰਦੇ ਹੋ ਤਾਂ ਕੱਟ ਹੋ ਜਾਂਦਾ ਹੈ, Ctrl+V ਕਰਦੇ ਹੋ ਤਾਂ ਪੇਸਟ ਹੋ ਜਾਂਦਾ ਹੈ ਹਨਾ, Alt+F4 ਕਰਦੇ ਹੋ ਤਾਂ ਕਲੋਜ਼ ਹੋ ਜਾਂਦੀ ਹੈ ਫਾਈਲ। ਇਹ ਜਿਹੜੇ ਸ਼ਾਰਟਕਟਸ ਹੁੰਦੇ ਆ ਇਹ ਇੱਕ ਥਾਂ ਕਿਤੇ ਵੀ ਤੁਹਾਨੂੰ ਲੱਭ ਜਾਣਗੇ, ਤੁਸੀਂ ਇੱਕ ਵਾਰੀ ਸਾਰੇ ਸ਼ਾਰਟਕਟਸ ਨਾ ਇੱਕ ਵਾਰੀ ਆਪਣੀ ਨਿਗਾਹ ਚੋਂ ਕੱਢ ਲਿਓ। ਠੀਕ ਹੈ, ਕਿਉਂਕਿ ਸ਼ਾਰਟਕਟਸ ਤੇ ਸਵਾਲ ਬਣਦੇ ਆ, ਤਾਂ ਇੱਕ ਤਾਂ ਸ਼ਾਰਟਕਟਸ ਧਿਆਨ ਰੱਖਿਓ। ਇੱਕ ਸੌਫਟਵੇਅਰਸ ਜਿਹੜੇ ਨਵੇਂ ਸੌਫਟਵੇਅਰਸ ਹੈਗੇ ਆ, ਸੌਫਟਵੇਅਰਸ ਦੇ ਚੋਂ ਵੀ ਜਿਹੜੇ ਆਪਰੇਟਿੰਗ ਸਿਸਟਮਸ ਹੁੰਦੇ ਆ ਉਹਨਾਂ ਦੇ ਇੱਕ ਵਾਰੀ ਨਾਂ ਰੱਟ ਲਿਓ ਤੇ ਉਹ ਕਿਹੜੀ ਡਿਵਾਈਸ ਦੇ ਵਿੱਚ ਪੈਂਦੇ ਆ। ਜਿੱਦਾਂ ਕਿ ਐਪਲ ਦੇ ਵਿੱਚ iOS ਪੈਂਦਾ ਹੈ ਹਨਾ, ਬਾਕੀ ਫੋਨਸ ਦੇ ਵਿੱਚ ਐਂਡਰੋਇਡ ਪੈਂਦਾ ਹੈ, ਆਪਰੇਟਿੰਗ ਸਿਸਟਮ ਹੀ ਹੈ। ਕੁਝ ਜਿਹੜੇ ਕੰਪਿਊਟਰਸ ਹੈ ਉਹਨਾਂ ਦੇ ਵਿੱਚ ਵਿੰਡੋਜ਼ ਪੈਂਦਾ ਹੈ, ਮੈਕਿਨਟੋਸ਼ ਪੈਂਦਾ ਹੈ ਹਨਾ, ਮੁਆਵੇ ਵਗੈਰਾ, ਤੇ ਕੁਝ ਦੇ ਵਿੱਚ ਲਿਨਕਸ ਪੈਂਦਾ ਹੈ, ਲਾਈਨਕਸ ਹਨਾ। ਤੇ ਇਹ ਜਿਹੜੇ ਆਪਰੇਟਿੰਗ ਸਿਸਟਮਸ ਹੈ ਇਹਨਾਂ ਦੇ ਨਾਂ ਤੁਸੀਂ ਬਿਲਕੁਲ ਰੱਟ ਕੇ ਜਾਣੇ ਆ। ਤਾਂ ਸੌਫਟਵੇਅਰਸ ਤੇ ਆਪਰੇਟਿੰਗ ਸਿਸਟਮਸ ਦੇ ਨਾਂ ਰੱਟ ਕੇ ਜਾਣੇ ਆ, ਸ਼ਾਰਟਕਟਸ ਦੇ ਨਾਂ ਰੱਟ ਕੇ ਜਾਣੇ ਆ, ਤੇ ਤੀਜੀ ਚੀਜ਼ ਕੰਪਿਊਟਰ ਦੇ ਬੇਸਿਕਸ ਵੀ ਪਤਾ ਕੀ, ਬੇਸਿਕ ਸਟਰਕਚਰ ਇਹ ਜ਼ਰੂਰ ਕਰ ਜੋ, ਜ਼ਿਆਦਾ ਟਾਈਮ ਨਹੀਂ ਲੱਗਣਾ ਤੁਹਾਡਾ, ਪਰ ਇਹ ਰਿਵਾਈਜ਼ ਜ਼ਰੂਰ ਕਰ ਜੋ। ਬੇਸਿਕ ਸਟਰਕਚਰ ਦੇ ਵਿੱਚ ਕੀ ਆਊਗਾ ਕਿ CPU ਕੀ ਕਰਦਾ ਹੈ, ਮੋਨੀਟਰ ਕੀ ਕਰਦਾ ਹੈ, ਕੀਬੋਰਡ ਕੀ ਕਰਦਾ ਹੈ। ਠੀਕ ਹੈ, ਤੇ CPU ਦੇ ਵਿੱਚ RAM ਤੇ ROM ਦੇ ਵਿੱਚ ਕੀ ਫਰਕ ਹੈ, ਕਿੰਨੇ MB ਦੀ ਮੈਮਰੀ ਹੋਣੀ ਚਾਹੀਦੀ, ਮੈਮਰੀ ਕੀ ਹੁੰਦੀ ਹੈ, ਹਾਰਡ ਡਿਸਕ ਵਗੈਰਾ, ਇਹ ਸਾਰੇ ਜਿਹੜੇ ਪਾਰਟਸ ਹੁੰਦੇ ਆ ਨਾ ਕੰਪਿਊਟਰ ਦੇ, ਉਹ ਇੱਕ ਵਾਰੀ ਦੁਬਾਰਾ ਦੇਖ ਜੋ, ਬਸ ਹੋਰ ਕੁਝ ਨਹੀਂ ਕਰਨਾ। ਠੀਕ ਹੈ, ਜੋ ਕੁਝ ਕਰਨਾ ਸੀ ਕੰਪਿਊਟਰ ਐਂਡ IT ਚੋਂ ਉਹ ਤੁਸੀਂ ਕਰ ਚੁੱਕੇ ਹੋ। ਐਂਡ ਦੇ ਵਿੱਚ ਮੈਂ ਕਹਿ ਰਿਹਾ ਕਿ ਜਦ ਤੁਸੀਂ ਪੂਰੇ ਕੰਪਿਊਟਰ IT ਦੀ ਰਿਵੀਜ਼ਨ ਕਰੋਗੇ ਨਾ, ਤਾਂ ਇਹ 3 ਚੀਜ਼ਾਂ ਦਾ ਖਾਸ ਖਿਆਲ ਰੱਖਣਾ, ਸਵਾਲ ਜ਼ਿਆਦਾਤਰ ਇਹਨਾਂ ਚੋਂ ਹੀ ਬਣਦੇ ਆ। ਠੀਕ ਹੈ, ਤੇ ਕੰਪਿਊਟਰ IT ਦੇ ਵਿੱਚ ਵੀ ਇੱਕ ਹੋਰ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਕੁਆਂਟ ਰੀਜ਼ਨਿੰਗ ਦੇ ਬਾਰੇ ਦੱਸਿਆ ਸੀ ਨਾ, ਉਹੀ ਚੀਜ਼ ਇੱਥੇ ਵੀ ਬਣਦੀ ਹੈ
ਕਿ ਕੁਐਸਚਨਸ ਦੇ ਰਿਪੀਟ ਹੋਣ ਦੀ ਟੈਂਡੈਂਸੀ ਹੈ। ਤਾਂ 2-3 ਸਾਲਾਂ ਦੇ ਵਿੱਚ ਜਿੰਨੇ ਵੀ ਪੇਪਰ ਹੋ ਚੁੱਕੇ ਹਨ ਜਿਨ੍ਹਾਂ ਦੇ ਸਿਲੇਬਸ ਦੇ ਵਿੱਚ ਕੰਪਿਊਟਰ ਆਈਟੀ ਸੀਗਾ, ਉਹ ਤੁਸੀਂ ਪੇਪਰ ਚੱਕ ਲਿਓ ਤੇ ਕੰਪਿਊਟਰ ਨਾਲ ਆਈਟੀ ਦੇ ਜਿਹੜੇ ਸਵਾਲ ਹੈਗੇ ਆ ਉਹ ਪ੍ਰੀਵੀਅਸ ਈਅਰ ਪੇਪਰਸ ਦੇ ਵਿੱਚ ਉਹ ਇੱਕ ਵਾਰੀ ਪ੍ਰੈਕਟਿਸ ਕਰ ਲਿਓ ਜਾਂ ਆਪਣੀ ਨਿਗਾਹ ਚੋਂ ਕੱਢ ਲਿਓ ਬਸ। ਕਿਉਂਕਿ ਕੰਪਿਊਟਰ ਆਈਟੀ ਦੇ ਵਿੱਚ ਵੀ ਕੁਐਸਚਨਸ ਰਿਪੀਟ ਹੋਣ ਦੀ ਟੈਂਡੈਂਸੀ ਹੁੰਦੀ ਹੈ, ਹੋ ਸਕਦੇ ਆ ਰਿਪੀਟ, ਤੇ ਮੇਰੀ ਸਟਰੋਂਗ ਹੰਚ ਹੈ ਕਿ ਕਾਫੀ ਰਿਪੀਟਡ ਕੁਐਸਚਨਸ ਆਣਗੇ। ਠੀਕ ਹੈ, ਤਾਂ ਕੰਪਿਊਟਰ ਆਈਟੀ ਦੇ ਵਿੱਚ ਇੱਕ ਤਾਂ ਇਹ ਤੁਸੀਂ 3 ਸਟੈਪਸ ਫੋਲੋ ਕਰਨੇ ਆ ਤੇ ਫੋਰਥ ਕੀ ਹੈ, ਪ੍ਰੀਵੀਅਸ ਈਅਰ ਪਿਛਲੇ 2-3 ਸਾਲਾਂ ਦੇ ਜਿੰਨੇ ਵੀ ਪੰਜਾਬ ਗਵਰਨਮੈਂਟ ਜੌਬਸ ਦੇ ਐਗਜ਼ਾਮ ਸੀਗੇ ਜਿਨ੍ਹਾਂ ਦੇ ਵਿੱਚ ਕੰਪਿਊਟਰ ਆਈਟੀ ਸੀਗਾ, ਉਹ ਕੁਐਸਚਨਸ ਕੱਢ ਕੇ ਇੱਕ ਵਾਰੀ ਨਿਗਾਹ ਚੋਂ ਕੱਢ ਲਿਓ। ਠੀਕ ਹੈ, ਤੇ ਐਂਡ ਲਾਸਟ ਬਟ ਨਾਟ ਦ ਲੀਸਟ, ਇਹ ਹੈਗਾ ਆਪਣਾ ਪੰਜਾਬ ਜੀਕੇ। ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਹੈ ਕਿ ਪੰਜਾਬ ਜੀਕੇ ਨੂੰ ਲਾਈਟਲੀ ਲੈਂਦੇ ਆ, ਕਈ ਵਾਰ ਲਾਈਟਲੀ ਲੈਣਾ ਨਹੀਂ ਹੈ ਬਿਕੋਜ਼ ਠੀਕ ਠਾਕ ਵੇਟੇਜ ਹੁੰਦੀ ਹੈ ਇਸ ਦੀ। ਠੀਕ ਹੈ, ਤਾਂ ਆਮ ਅਸਿਊਮਿੰਗ ਕਿ ਬਹੁਤ ਸਾਰੇ ਸਾਡੇ ਜਿਹੜੇ ਸਟੂਡੈਂਟਸ ਹੈਗੇ ਆ ਉਹ ਪੰਜਾਬ ਜੀਕੇ ਨੂੰ ਲਾਈਟਲੀ ਨਹੀਂ ਲੈ ਰਹੇ, ਪੂਰਾ ਪੰਜਾਬ ਜੀਕੇ ਉਹ ਕਰ ਚੁੱਕੇ ਆ, ਪ੍ਰੈਕਟਿਸ ਕਰ ਚੁੱਕੇ ਆ, ਐਮਸੀਕਿਊਜ਼ ਰਿਵਾਈਜ਼ ਕਰ ਚੁੱਕੇ ਆ। ਹੁਣ ਐਂਡ ਦੇ ਦਿਨਾਂ ਦੇ ਵਿੱਚ ਤੁਸੀਂ ਬਸ ਪੰਜਾਬ ਜੀਕੇ ਚੋਂ ਇਹ 3-4 ਟੌਪਿਕਸ ਦੇ ਉੱਤੇ ਖਾਸ ਖਿਆਲ ਰੱਖਣਾ ਹੈ। ਇਹ ਜਿਹੜੇ 3-4 ਟੌਪਿਕਸ ਮੈਂ ਦੱਸਣ ਜਾ ਰਿਹਾ ਪੰਜਾਬ ਜੀਕੇ ਦੇ, ਇਹਨਾਂ ਨੂੰ ਤੁਸੀਂ ਥੋੜਾ ਜ਼ਿਆਦਾ ਰਿਵਾਈਜ਼ ਕਰਨਾ ਬਸ। ਠੀਕ ਹੈ, ਇੱਕ ਤਾਂ ਨੰਬਰ 1 ਇਜ਼ ਸਿੱਖ ਹਿਸਟਰੀ, ਸਿੱਖ ਐਂਡ ਸੂਫੀ ਹਿਸਟਰੀ ਆਫ ਪੰਜਾਬ। ਵੈਸੇ ਤਾਂ ਮੋਸਟਲੀ ਸਿੱਖ ਹਿਸਟਰੀ ਹੈ। ਦੂਜਾ, ਪੰਜਾਬ ਦੀ ਦੇਖੋ ਜੀਓਗ੍ਰਾਫੀ ਆਸਾਨ ਹੀ ਹੈ, ਤਾਂ ਪੰਜਾਬ ਦੀ ਇੱਕ ਵਾਰੀ ਜੀਓਗ੍ਰਾਫੀ 2 ਘੰਟੇ ਲੱਗਣੇ ਆ ਤੁਹਾਡੇ ਬਸ ਪੂਰੇ 4 ਦਿਨਾਂ ਦੇ ਵਿੱਚ, ਦੈਟਸ ਇਟ, 2 ਆਵਰਸ। ਇੱਕ ਵਾਰੀ ਪੰਜਾਬ ਦੀ ਪੂਰੀ ਜੀਓਗ੍ਰਾਫੀ ਰਿਵਾਈਜ਼ ਕਰ ਲਿਓ ਸਾਰੀ। ਠੀਕ ਹੈ, ਤੇ ਇੱਕ ਹੋਰ ਚੀਜ਼, ਆਪਾਂ ਪੰਜਾਬ ਹਿਸਟਰੀ ਕਰਾਂਗੇ। ਠੀਕ ਹੈ, ਸਿੱਖ ਹਿਸਟਰੀ ਦੇ ਬਾਅਦ ਤੁਸੀਂ ਪੰਜਾਬ ਸਟੇਟ ਹਿਸਟਰੀ ਜ਼ਰੂਰ ਕਰਨੀ ਹੈ ਕਿ ਪੰਜਾਬ ਬਣਾ ਕਿਵੇਂ ਸੀਗਾ, ਲਿੰਗੁਇਸਟਿਕ ਕਮਿਸ਼ਨ ਦਾ ਨਾਂ ਕੀ ਸੀਗਾ, ਕਿਸ ਦਿਨ ਦੇ ਵਿੱਚ ਬਣਿਆ ਸੀ, ਵਿਚ ਵਾਸ ਦੀ ਈਅਰ, ਕਿਹੜਾ ਕਮਿਸ਼ਨ ਬਣਿਆ ਸੀ ਜਿਹਨੇ ਪੰਜਾਬੀ ਸੂਬਾ ਮੂਵਮੈਂਟ ਕੀ ਹੈ, ਹਨਾ। ਤਾਂ ਪੰਜਾਬ ਦੀ ਜਿਹੜੀ ਸਟੇਟ ਹਿਸਟਰੀ ਹੈ ਉਹ ਜ਼ਰੂਰ ਕਰ ਲੈਣਾ। ਠੀਕ ਹੈ, ਕੌਣ ਲੀਡਰ ਸੀਗੇ, ਕਿਹੜਾ ਕਮਿਸ਼ਨ ਸੀਗਾ, ਸ਼ਾਹ ਕਮਿਸ਼ਨ ਹੋ ਗਿਆ ਆਪਣਾ, ਹਨਾ, ਵਗੈਰਾ ਵਗੈਰਾ ਵਗੈਰਾ। ਤੇ ਲਾਸਟ ਜਿਹੜੀ ਚੀਜ਼ ਹੈ ਉਹ ਹੈ ਐਡਮਿਨਿਸਟ੍ਰੇਟਿਵ ਡਿਵੀਜ਼ਨਸ, ਡਿਸਟ੍ਰਿਕਟਸ, ਤਹਿਸੀਲਸ ਵਗੈਰਾ, ਇਹ ਸਾਰੀਆਂ ਚੀਜ਼ਾਂ। ਪੰਜਾਬ ਦੀ ਐਡਮਿਨਿਸਟ੍ਰੇਟਿਵ ਡਿਵੀਜ਼ਨਸ, ਨਵੀਂ ਕਿਹੜੀ ਡਿਸਟ੍ਰਿਕਟ ਬਣੀ ਹੈ, ਨਵੀਂ ਕਿਹੜੀ ਸਬ ਡਿਵੀਜ਼ਨ ਬਣੀ ਹੈ, ਇਹ ਸਾਰੀਆਂ ਚੀਜ਼ਾਂ ਜ਼ਰੂਰ ਕਰਕੇ ਜਾਇਓ ਬਸ। ਇਹ 5 ਸਟੈਪਸ ਦਾ ਤੁਸੀਂ ਖਾਸ ਖਿਆਲ ਰੱਖਣਾ ਹੈ। ਮੈਂ ਦੁਬਾਰਾ ਰਿਪੀਟ ਕਰ ਦਿੰਨਾ। Step 1 is GK and current affairs ਚੋਂ ਤੁਸੀਂ history, science ਤੇ budget and GST ਕਰਨਾ ਹੈ। Step 2 quant and reasoning ਦੇ previous year question ਕਰੋ। ਇਹ ਤੀਜਾ ਸਟੈਪ ਹੈਗਾ ਲੈਂਗੁਏजेस ਦੇ ਵਿੱਚ ਇੰਗਲਿਸ਼ ਦਾ ਤੁਸੀਂ ਬਸ ਈਡੀਐਮਸ ਤੇ ਐਂਟੋਨਿਮ ਸਿਨੋਨਿਮ ਇੱਕ ਵਾਰੀ ਰਿਵਾਈਜ਼ ਕਰ ਲਿਓ, ਬਾਕੀ ਕੁਝ ਨਹੀਂ ਕਰਨ ਦੀ ਲੋੜ। ਸਟੈਪ 4 ਹੈਗਾ ਕੰਪਿਊਟਰ ਆਈਟੀ ਦੇ ਇਹ ਟੌਪਿਕਸ ਜ਼ਰੂਰ ਧਿਆਨ ਰੱਖਣਾ ਹੈ, ਇਹਨਾਂ ਚੋਂ ਕੁਐਸਚਨਸ ਬਣਦੇ ਆ ਤੇ ਪ੍ਰੀਵੀਅਸ ਈਅਰ ਕੁਐਸਚਨਸ ਇੱਕ ਵਾਰੀ ਦੇਖ ਲਿਓ। ਤੇ ਸਟੈਪ 5, ਇਹ ਜਿਹੜੇ ਪੰਜਾਬ ਜੀਕੇ ਦੇ ਟੌਪਿਕਸ ਹੈ ਇਹ ਦੁਬਾਰਾ ਵਧੀਆ ਤਰੀਕੇ ਨਾਲ ਰਿਵਾਈਜ਼ ਕਰ ਲਿਓ। ਦਿਸ ਇਜ਼ ਪੋਸੀਬਲ ਇਨ 4 ਡੇਜ਼। ਸੋ ਫॉर ਨੈਕਸਟ 4 ਡੇਜ਼ ਤੁਸੀਂ ਇਹ 5 ਸਟੈਪਸ ਦਾ ਖਾਸ ਖਿਆਲ ਰੱਖਣਾ ਹੈ। ਇਹ ਮੇਰਾ ਵਾਅਦਾ ਹੈ, ਮੈਂ ਗਾਰੰਟੀ ਲੈ ਸਕਦਾ ਕਿ ਇਫ ਯੂ ਰਿਲੀਜੀਅਸਲੀ ਫੋਲੋ ਥੀਸ 5 ਸਟੈਪਸ, ਤੁਹਾਡੇ ਚਾਂਸਸ ਐਜ਼ ਪਰ ਯੋਰ ਤਿਆਰੀ, ਤੁਹਾਡੇ ਚਾਂਸਸ 40 to 50% ਇੰਕਰੀਜ਼ ਹੋ ਜਾਣਗੇ। ਠੀਕ ਹੈ, ਸੋ ਮੇਕ ਸ਼ੋਰ ਕਿ ਤੁਸੀਂ ਇਹ 5 ਸਟੈਪਸ ਪ੍ਰੋਪਰਲੀ ਫੋਲੋ ਕਰ ਦਿਓ। ਬਾਕੀ ਇਸ ਦੇ ਇਲਾਵਾ ਜੇ ਸਾਡੇ ਵੱਲੋਂ ਕੋਈ ਹੈਲਪ ਚਾਹੀਦੀ ਹੈ ਤੁਹਾਨੂੰ, ਤਾਂ ਅਸੀਂ ਵੀ ਆਰ ਆਲਵੇਜ਼ ਰੈਡੀ ਫॉर दैट। ਤਾਂ ਜ਼ਰੂਰ ਦੱਸਿਓ ਸਾਨੂੰ ਕਿ ਤੁਹਾਨੂੰ ਕੀ ਹੈਲਪ ਚਾਹੀਦੀ ਹੈ, ਹੋਰ ਕੀ ਅਸੀਂ ਤੁਹਾਡੇ ਲਈ ਕਰ ਸਕਦੇ ਹਾਂ, ਉਹ ਜ਼ਰੂਰ ਸਾਨੂੰ ਦੱਸਿਓ। ਬਟ ਟਿਲ ਯੋਰ ਐਗਜ਼ਾਮ ਔਨ 21 May, ਫੋਲੋ ਥੀਸ 5 ਸਟੈਪਸ ਰਿਲੀਜੀਅਸਲੀ। ਠੀਕ ਹੈ ਜੀ, ਚਲੋ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਆਲ ਦ ਵੈਰੀ ਬੈਸਟ।